ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨ ਭਉ ਜਲ ਪਾਇਆ। ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨ ਭਉ ਜਲ ਪਾਇਆ। ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤਿ ਮਨੁਆ ਆਸਥਿਰ ਰਾਖੋ। ਇਨ ਵਿਧਿ ਅੰਮ੍ਰਿਤ ਪੀਓਈਐ ਰਹਾਉ। ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪਰਗਾਸਾ। ਸਖਤ ਅਧੇਰ ਜੇ ਬੜੀ ਭਰਮ ਚੂਕਾ, ਨੇਚਲ ਸ਼ਿਵ ਕਰ ਬਾਸਾ। ਤਿਨ ਬਿਨ ਬਾਣੈ ਧਰੁਖ ਚੜਾਈਐ, ਇਹ ਜਗ ਬੇਦਿਆ ਭਾਈ। ਦੈ ਦਿਸ ਬੂਢੀ ਪਵਨ ਚੁਲਾਵੈ, ਡੋਰ ਰਹੀ ਲਿਵ ਲਾਈ। ਹੁਣ ਮਨ ਮਣੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਕਹੋ ਕਬੀਰ ਅਨਭਉ ਇਕ ਦੇਖਿਆ, ਰਾਮ ਨਾਮ ਲਿਵ ਲਾਗੀ। ਹੁਣ ਮਨ ਮਣੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਕਹੋ ਕਬੀਰ ਅਨਭਉ ਇਕ ਦੇਖਿਆ, ਰਾਮ ਨਾਮ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਅੱਜ ਦਾ ਪਵਿੱਤਰ ਸ਼ਬਦ ਰਾਗ ਗੌੜੀ, ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 333 ਉੱਪਰ ਸੁਭਾਏ ਮਾਨ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੋਂ ਹੈ, ਜੋ ਆਪਾਂ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ। ਇਹ ਸ਼ਬਦ ਦੇ ਵਿੱਚ ਨਾਮ ਦੇ ਰਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਭਗਤ ਕਬੀਰ ਸਾਹਿਬ ਜੀ ਇੱਕ ਆਪਣੇ ਜਗਿਆਸੂ ਨੂੰ ਉਪਦੇਸ਼ ਦਿੰਦੇ ਹਨ। ਉਦਾਹਰਨ ਦੇ ਤੌਰ ਤੇ, ਉਥਾਨਕਾ ਦੇ ਤੌਰ ਤੇ ਸਮਝੀਏ ਤਾਂ ਜਗਿਆਸੂ ਨੇ ਭਗਤ ਜੀ ਦੇ ਇੱਕ ਸੇਵਕ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਪਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤਾਂ ਭਗਤ ਕਬੀਰ ਸਾਹਿਬ ਜੀ ਨੇ ਉੱਥੇ ਦੁੱਧ ਰਿੜਕਣ ਦੀ ਉਦਾਹਰਨ ਦਿੱਤੀ ਆ। ਪਾਤਸ਼ਾਹ ਕਹਿੰਦੇ ਜਿਵੇਂ ਦੁੱਧ ਵਿੱਚੋਂ ਘਿਓ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਉਸ ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤੋ ਦੁੱਧ ਦੀ ਉਦਾਹਰਨ ਦਿੰਦੇ ਹੋਏ ਭਗਤ ਕਬੀਰ ਸਾਹਿਬ ਜੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾਂ ਦੇ ਮਹਾਂਵਾਕ ਅਨੁਸਾਰ ਕੀ ਬਖਸ਼ਿਸ਼ ਕਰਦੇ ਹਨ, ਕਿਵੇਂ ਉਸ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਆਓ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਤਾਂ ਸੰਸਾਰ ਦੇ ਵੱਲੋਂ ਧਿਆਨ ਨੂੰ ਤੋੜ ਕੇ ਆਪਣੇ ਅੰਦਰ ਜਾਣਾ ਪੈਣਾ। ਸੁਨ ਸਮਾਦ ਗੁਫਾ ਮੈਂ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਨ। ਇੱਕ ਪਹਾੜਾਂ ਵਿੱਚ ਵੀ ਗੁਫਾਵਾਂ ਬਣੀਆਂ, ਪਰ ਇਹ ਗੁਫਾ ਸਾਡੇ ਅੰਦਰ ਵੀ ਆ। ਹੁਣ ਉਸ ਗੁਫਾ ਦੇ ਵਿੱਚ ਆਪਾਂ ਜਾਣਾ ਤੇ ਆਪਾਂ ਇਸ ਵੇਲੇ ਕਿੱਥੇ ਆ? ਧਿਆਨ ਦਿਓ, ਆਪਾਂ ਅੱਖ ਦੇ ਵਿੱਚ ਖੜੇ ਆ। ਜੇ ਤੁਸੀਂ ਕਹੋਗੇ ਬੈਠੇ ਆ, ਤਾਂ ਨਹੀਂ, ਤੁਸੀਂ ਨਹੀਂ ਬੈਠੇ,
ਤੁਹਾਡਾ ਸਰੀਰ ਟਿਕਾਇਆ ਹੈ, ਬਿਠਾਇਆ ਹੈ ਚੌਂਕੜਾ ਮਾਰ ਕੇ, ਤੁਸੀਂ ਅੱਖ ਦੇ ਵਿੱਚ ਖੜੇ ਗੁਰੂ ਦੀ ਗੱਲ ਸੁਣ ਰਹੇ ਹੋ। ਔਰ ਉਸ ਗੁਫਾ ਦੇ ਵੀ ਜਾਣ ਲਈ ਬੈਠਣਾ ਪੈਣਾ, ਤੇ ਬੈਠਣਾ ਕਿਹਨੇ ਆ? ਤੁਸੀਂ। ਤੇ ਤੁਹਾਨੂੰ ਇਹ ਭੁਲੇਖਾ ਕਿ ਸ਼ਾਇਦ ਅਸੀਂ ਬੈਠੇ ਆ, ਪਰ ਜੋ ਬੈਠਾ ਇਹ ਤੁਸੀਂ ਨਹੀਂ ਹੋ। ਮੇਰਾ ਸਰੀਰ ਬੈਠਾ, ਤੁਹਾਡਾ ਸਰੀਰ ਬੈਠਾ। ਆਪਾਂ ਸਾਰੇ ਅੱਖ ਦੇ ਵਿੱਚ ਖੜ ਕੇ ਗੱਲ ਕਰ ਰਹੇ ਹਾਂ। ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਨ ਵਾਸਤੇ ਬੈਠਣਾ ਪੈਣਾ। ਕਿ ਹੁਣ ਆਪਾਂ ਇਸ ਗੱਲ ਨੂੰ ਪਹਿਲਾਂ ਸਮਝੀਏ ਕਿ ਖੜੇ ਕਿੱਥੇ ਆ ਤੇ ਬੈਠੀਏ ਕਿਵੇਂ। ਉਹ ਆਮ ਸਿਆਣੇ ਬੰਦੇ ਕਹਿੰਦੇ ਆ ਨਾ, ਬੰਦੇ ਨੂੰ ਬਹਿਣੀ ਰਹਿਣੀ ਸਹਿਣੀ ਕਹਿਣੀ ਆਉਣੀ ਚਾਹੀਦੀ ਆ। ਉਹ ਬਹਿਣੀ ਦਾ ਮਤਲਬ ਇਹੀ ਹੈ, ਇੱਕ ਤਾਂ ਚੰਗੀ ਸੰਗਤ ਵਿੱਚ ਬੈਠਣਾ, ਚੰਗੀ ਸੰਗਤ ਵਿੱਚ ਬੈਠ ਕੇ ਚੰਗੀ ਗੱਲ ਕਰਨੀ ਕਹਿਣੀ। ਰਹਿਣੀ ਜੋ ਵੱਡਿਆਂ ਦੀ ਦੱਸੀ ਰਹਿਤ ਮਰਜ਼ਾਦਾ ਹੈ ਉਸ ਦੇ ਵਿੱਚ ਰਹਿਣਾ। ਤੇ ਸਹਿਣੀ ਕਿਸੇ ਦੇ ਕੌੜੇ ਬੋਲ ਨੂੰ ਸੁਣ ਕੇ ਵੀ ਕ੍ਰੋਧ ਗੁੱਸੇ ਵਿੱਚ ਨਾ ਜਾਣਾ। ਇਹ ਚਾਰ ਚੀਜ਼ਾਂ ਮਨੁੱਖ ਦੇ ਵਾਸਤੇ ਜ਼ਰੂਰੀ ਆ। ਤਾਂ ਕਬੀਰ ਸਾਹਿਬ ਜੀ ਕਹਿੰਦੇ, ਸਿੱਖਾ ਜੀਵਤ ਮਰੈ ਮਰੈ ਫੁਨ ਜੀਵੈ। ਪਹਿਲਾਂ ਤਾਂ ਸੰਸਾਰ ਵੱਲੋਂ ਮਰਨਾ ਪਵੇਗਾ, ਫਿਰ ਆਪਣੇ ਨਿਜ ਸਰੂਪ ਦੇ ਵੱਲ ਜਿਉਣਾ ਪਵੇਗਾ। ਹੁਣ ਤੁਸੀਂ ਹਲੇ ਖੜੇ ਹੋ, ਬੈਠਦੇ ਕਰੋ ਆਪਾਂ। ਜਦੋਂ ਆਪਾਂ ਨੇਤਰ ਨੀਵੇਂ ਕਰਕੇ, ਪਲਕਾਂ ਨੀਵੀਆਂ ਕਰਕੇ ਸਵਾਸਾਂ ਦੇ ਜਾ ਕੇ ਟਿਕਾਉਂਦੇ ਹਾਂ ਸੁਰਤੀ ਨੂੰ, ਇਹਨੂੰ ਬੈਠਣਾ ਕਹਿੰਦੇ ਆ। ਅਸਲ ਵਿੱਚ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਤਾਂ ਕਬੀਰ ਸਾਹਿਬ ਜੀ ਕਹਿੰਦੇ, ਸਿੱਖਾ ਪਹਿਲਾਂ ਤਾਂ ਮਰਨਾ ਪੈਣਾ। ਸਾਨੂੰ ਅਮਰ ਦੀ ਜੋ ਪ੍ਰਾਪਤੀ ਹੋਈ ਪਹਿਲੀ ਵਾਰ 1699 ਦੀ ਵਿਸਾਖੀ ਤੇ, ਧਿਆਨ ਦਿਓ ਕੀ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਟੇਜ ਤੇ ਖੜ ਕੇ ਇਹ ਨਹੀਂ ਦੱਸਿਆ ਸੀ ਕਿ ਮੈਂ ਤੁਹਾਨੂੰ ਅੰਮ੍ਰਿਤ ਛਕਾਊਂਗਾ। ਪਹਿਲਾਂ ਨਹੀਂ ਦੱਸਿਆ। ਪਹਿਲਾਂ ਕੀ ਦੱਸਿਆ ਕਿ ਮੈਨੂੰ ਮੇਰੀ ਤਲਵਾਰ ਇੱਕ ਸਿਰ ਮੰਗਦੀ ਹੈ ਕੋਈ ਸਿਰ ਦੇਣ ਨੂੰ ਤਿਆਰ। ਤਾਂ ਭਾਈ ਦਇਆ ਰਾਮ ਜੀ ਉੱਠੇ, ਜੋ ਅੰਮ੍ਰਿਤ ਛਕ ਕੇ ਦਇਆ ਸਿੰਘ ਬਣੇ, ਔਰ ਉੱਠੇ ਕੋਲ ਗਏ। ਪੁੱਛਿਆ ਕਿੱਥੋਂ ਆਇਆ? ਮਹਾਰਾਜ ਜੀ ਲਾਹੌਰ ਤੋਂ। ਕੀ ਨਾਮ ਹੈ ਤੇਰਾ? ਜੀ ਦਇਆ ਰਾਮ। ਦਇਆ ਰਾਮ? ਲਾਹੌਰ 'ਚ ਦਇਆ ਪੈਦਾ ਹੋ ਗਈ? ਤੇ ਦਇਆ ਕਦੋਂ ਨਹੀਂ ਸੀਗੀ? ਪਹਿਲੇ ਜਾਮੇ ਵੇਲੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਲਾਹੌਰ ਸ਼ਹਿਰ ਦੇ ਵਿੱਚ ਤੜਕੇ ਤੜਕੇ ਇੱਕ ਪਹਿਰ ਸਵਾ ਪਹਿਰ ਪਸ਼ੂ ਵੱਢੇ ਜਾਂਦੇ, ਸਾਫ਼ ਕੀਤੇ ਜਾਂਦੇ, ਫਿਰ ਸਾਰਾ ਦਿਨ ਵੇਚੇ ਜਾਂਦੇ। ਬਾਬਾ ਨਾਨਕ ਜੀ ਉੱਥੋਂ ਦੀ ਲੰਘੇ ਸੀਗੇ, ਤੇ ਉਹ ਕਸਾਈਆਂ ਦਾ ਬਾਜ਼ਾਰ ਦੇਖ ਕੇ ਕਹਿੰਦੇ ਚੱਲ ਮਰਦਾਨੇ ਆ, ਇੱਥੇ ਨਹੀਂ ਖੜਦੇ। ਉੱਥੇ ਕਿਹਾ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਖੈਰ, ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਵੱਲੋਂ ਮਰਨਾ ਪੈਣਾ। ਦੂਜਾ ਸਿੱਖ ਉੱਠਿਆ, ਧਰਮ ਚੰਦ। ਪਹਿਲੇ ਸਿੱਖ ਦਇਆ ਰਾਮ ਨੂੰ ਸਟੇਜ ਤੇ ਲਗੇ, ਤਲਵਾਰ ਚਲਾਈ, ਸੀਸ ਕੱਟਿਆ ਔਰ ਧੜ ਤੋਂ ਜੁਦਾ ਕਰਤਾ। ਧੜ ਸਟੇਜ ਤੇ ਪਿਆ, ਸਿਰ ਵੀ ਉੱਥੇ ਪਿਆ। ਫਿਰ ਦੂਜਾ ਬੁਲਾਇਆ, ਦੂਜਾ ਉੱਠਿਆ ਧਰਮ ਚੰਦ, ਉਹਦਾ ਸੀਸ ਕੱਟਿਆ। ਵਾਰੀ ਵਾਰੀ 5 ਸਿੱਖ ਉੱਠੇ। ਬਹੁਤੇ ਤਾਂ ਡਰਦੇ ਪਿਛਲੀਆਂ ਪਹਾੜੀਆਂ ਤੇ ਜਾ ਕੇ ਬਹਿ ਗਏ ਸੀਗੇ, ਪਰ ਜਦੋਂ ਉਹਨਾਂ 5 ਨੂੰ ਸਤਿਗੁਰਾਂ ਨੇ ਬਾਟੇ ਵਿੱਚ ਜਲ ਪਾ ਕੇ, ਸਤਲੁਜ ਦਾ ਵਿੱਚ ਪਤਾਸੇ ਪਾ ਕੇ ਤੇ ਉਸ ਦੇ ਵਿੱਚ ਖੰਡਾ ਚਲਾਇਆ, ਅਮਰ ਤਿਆਰ ਹੋਇਆ। ਫਿਰ 5 ਸਰੀਰਾਂ ਨਾਲ 5 ਸਿਰ ਰੱਖਤੇ। ਹੁਣ ਤਾਂ ਸਿਰ ਮੇਰੇ ਉੱਤੇ ਲੱਗਿਆ, ਪਛਾਣ ਹੈ ਕਿ ਫਲਾਣੇ ਦਾ ਸਿਰ ਹੈ। ਪਰ ਜੇ 5 ਸਾਰਾਂ ਦੇ ਸਿਰ ਅੱਡੋ ਅੱਡ ਪਏ ਹੋਣ ਤੇ ਤੁਹਾਡਾ ਅੱਡ ਪਏ ਹੋਣ, ਕੋਈ ਪਛਾਣ ਆ ਜੂਗੀ ਕਿਹਦਾ ਸਿਰ ਕਿਹਦਾ ਸੀਗਾ? ਤਾਂ ਪਾਤਸ਼ਾਹ ਨੇ ਉਹ 5 ਸਿਰ ਪਤਾ ਨਹੀਂ ਕਿਹਦਾ ਕਿਹਨੇ ਰੱਖਤਾ। ਠੀਕ ਹੈ, ਮਤਲਬ ਜਾਤ ਪਾਤ ਖਤਮ ਕਰਤੀ ਮਹਾਰਾਜ ਨੇ। ਔਰ ਫਿਰ ਉਹ ਬਾਟੇ 'ਚੋਂ
ਜਲ ਦੀ ਚੂਲੀ ਪਾ ਕੇ ਮੂੰਹ ਵਿੱਚ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜੇ ਜਿਉਂਦੇ ਕਰ ਲਏ। ਇਹ ਭਗਤਾਂ ਦੇ ਬਚਨ ਜਾਂ ਗੁਰੂਆਂ ਦੇ ਬਚਨ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਸਿਰ ਕੱਟ ਕੇ ਆ। ਬਹੁਤ ਲੋਕ ਤਰਕ ਕਰਦੇ ਆ ਵੀ ਕਿਵੇਂ ਹੋ ਸਕਦਾ, ਪਰ ਗੁਰੂ ਵਾਸਤੇ ਕੋਈ ਔਖੀ ਗੱਲ ਨਹੀਂ। ਖੈਰ, ਇੱਥੇ ਕਬੀਰ ਸਾਹਿਬ ਕਹਿੰਦੇ ਆ ਸੰਸਾਰ ਵੱਲੋਂ ਬਿਰਤੀ ਮੋੜ, ਮਰ ਜਾ ਦੁਨੀਆ ਵੱਲੋਂ। ਆ ਕਈ ਵਾਰੀ ਬੁੜੀਆਂ ਲੜ ਕੇ ਕਹਿੰਦੀਆਂ ਤੂੰ ਮੇਰੇ ਵੱਲੋਂ ਮਰੀ ਮੈਂ ਤੇਰੇ ਵੱਲੋਂ ਮਰੀ, ਨਾ ਮੈਂ ਸੁੱਡੇ ਆਵਾਂ ਤੂੰ ਸਾਡੇ ਆਈ। ਉਹ ਮਰਿਆ ਤਾਂ ਨਹੀਂ ਹੁੰਦਾ ਨਾ, ਉਹਦਾ ਮਤਲਬ ਕੀ ਹੈ? ਆਪਣੀ ਟੁੱਟੀ, ਨਾ ਤੂੰ ਸਾਡਾ ਨਾ ਅਸੀਂ ਤੇਰੇ, ਕਹੋ ਸਤਨਾਮ। ਇਸੇ ਤਰ੍ਹਾਂ ਬਾਣੀ ਦਾ ਬਚਨ ਇਸੇ ਵਿਸ਼ੇ ਤੇ ਹੈ, ਲੋਗਣ ਸਿਓ ਮੇਰਾ ਠਾਠਾ ਬਾਗਾ, ਪ੍ਰੀਤਮ ਸਿਓ ਮੇਰਾ ਚਿੱਤ ਲਾਗਾ। ਲੋਕਾਂ ਨਾਲ ਹਾਹੋ ਪਾਈ ਆ, ਪਰ ਮਾਲਕ ਦੇ ਨਾਲ ਪਿਆਰ ਹੈ, ਕਹੋ ਸਤਨਾਮ ਸ੍ਰੀ। ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਇਸ ਤਰ੍ਹਾਂ ਇਧਰੋਂ ਧਿਆਨ ਖਿੱਚ ਕੇ ਆਪਣੇ ਆਪੇ ਵਿੱਚ ਲਾ ਕੇ ਆਪਣੇ ਆਪੇ ਵੀ ਸਮਾ ਜਾਓ। ਕਬੀਰ ਸਾਹਿਬ ਸਮਝਾ ਰਹੇ ਆ, ਸਿੱਖ ਦੇ ਪੁੱਛਣ ਤੇ ਨਾਮ ਦਾ ਰਸ ਕਿਵੇਂ ਆਵੇ। ਦੁੱਧ ਦਾ ਰਸ ਕੀ ਹੈ? ਘਿਓ। ਉਹ ਦੇਖ ਲਿਆ ਤੁਸੀਂ ਕਿਵੇਂ ਨਿਕਲਦਾ ਹੈ ਨਾ। ਤਾਂ ਕਿਸੇ ਸਾਧੂ ਕੋਲੇ ਚਲਿਆ ਗਿਆ ਕੋਈ ਆਪਣੇ ਵਰਗਾ, ਕਹਿੰਦਾ ਮਹਾਰਾਜ ਰੱਬ ਨੂੰ ਮਿਲਾ ਦਿਓ। ਉਹ ਕਹਿੰਦਾ ਐ ਥੋੜਾ ਮਿਲਦਾ ਹੁੰਦਾ, ਮਿਹਨਤ ਕਰਨੀ ਪੈਂਦੀ। ਨਹੀਂ ਮਹਾਰਾਜ, ਸਾਧੂ ਮਿਲਾ ਦਿੰਦੇ ਆ, ਕਹਿੰਦੇ ਕੋਈ ਨਹੀਂ ਕੱਲ ਦੁੱਧ ਲੈ ਕੇ ਆਈ ਮਿਲਾਵਾਂਗੇ। ਫਿਰ ਉਹ ਦੁੱਧ ਦਾ ਡੋਲੂ ਭਰ ਕੇ ਲਿਆ ਕੇ ਮੂਹਰੇ ਰੱਖਤਾ ਵੀ ਸ਼ਾਇਦ ਮਹਾਂਪੁਰਸ਼ਾਂ ਨੇ ਜਲ ਪਾਣੀ ਛਕਣਾ ਹੋਊਗਾ। ਕਹਿੰਦੇ ਲਓ ਦੁੱਧ ਪੀਓ ਜੀ ਤੇ ਦੱਸੋ। ਮਹਾਂਪੁਰਸ਼ ਉਹਦੇ ਵਿੱਚ ਉਂਗਲ ਮਾਰਨ ਲੱਗ ਪਏ, ਮਾਰੀ ਗਏ ਜਿੰਨੇ ਚਿਰ ਉਹ ਬੰਦਾ ਬੋਲਿਆ ਨਹੀਂ। ਕਹਿੰਦਾ ਜੀ ਖੰਡ ਤਾਂ ਖੋਰੀ ਹੋਈ ਆ, ਹੋਰ ਕੀ ਲੱਭਦੇ ਹੋ? ਕਹਿੰਦਾ ਨਾ ਮੈਂ ਤਾਂ ਘਿਓ ਲੱਭਦਾ ਇਹ ਚੋਂ। ਮਾਰਾ ਘਿਓ ਐ ਥੋੜਾ ਲੱਭੂਗਾ। ਅੱਛਾ ਕਿਵੇਂ ਲੱਭੂਗਾ ਜੀ? ਪਹਿਲਾਂ ਇਹਨੂੰ ਗਰਮ ਕਰਕੇ ਜਮਾਉਣਾ ਪਊਗਾ, ਫਿਰ ਇਹ ਜੰਮੂਗਾ, ਫਿਰ ਉੱਠ ਕੇ ੜਕਾਂਗੇ, ਫਿਰ ਉਹ ਚੋਂ ਮੱਖਣੀ ਨਿਕਲੂ, ਫਿਰ ਗਰਮ ਕਰਕੇ ਘਿਓ ਬਣਦਾ। ਕਹਿੰਦੇ ਉਹ ਘਿਓ ਪ੍ਰਾਪਤ ਕਰਨ ਵਾਸਤੇ ਇੰਨਾ ਕੁਛ ਕਰਨਾ ਪੈਂਦਾ? ਰੱਬ ਪਾਉਣ ਬਾਅਦ ਤੁਰੇ ਜਾਂਦੇ ਮੈਂ ਤਾਂ ਮਿਲ ਜਾਂਦਾ। ਰੱਬ ਦੇ ਵਾਸਤੇ ਇੰਨੀ ਮਿਹਨਤ ਕਰਨੀ ਪੈਣੀ ਆ। ਕਬੀਰ ਸਾਹਿਬ ਅੱਜ ਇੱਥੇ ਉਹੀ ਉਦਾਹਰਨ ਦਿੰਦੇ ਨੇ, ਅੰਜਨ ਮਾਹੇ ਨਿਰੰਜਨ ਰਹੀ ਹੈ। ਹੁਣ ਅੰਜਨ ਕੀ ਆ? ਕਾਲਾ। ਅੰਜਨ ਲੋਹ ਵਾਲੀ ਡੱਬੀ ਨੂੰ ਵੀ ਅੰਜਨ ਡੱਬੀ ਕਹਿੰਦੇ ਸੀ, ਸੁਰਮਾ। ਪਰ ਇੱਥੇ ਅੰਜਨ ਦਾ ਅਰਥ ਹੈ ਵਿਕਾਰ। ਵਿਸ਼ੇ ਵਿਕਾਰਾਂ ਤੋਂ ਬਚ ਕੇ ਆਪਣੇ ਆਪ ਨੂੰ ਬਚਾ ਕੇ ਰੱਖੋ, ਸਾਫ਼ ਰੱਖੋ। ਅੰਜਨ ਮਾਹੇ ਨਿਰੰਜਨ ਕਹੀ ਹੈ। ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੇ। ਦੁਨੀਆ ਕੋਲਿਆਂ ਦਾ ਕੋਠਾ ਹੈ, ਤੇ ਬੰਦਾ ਇਹ 'ਚ ਅੰਨਾ ਹੋ ਕੇ ਵੜ ਗਿਆ ਤੇ ਕੱਪੜੇ ਕਾਲੇ ਹੋਣਗੇ ਨਾ। ਜਾਂ ਫਿਰ ਜੇ ਬਚਾਉਣੇ ਆ ਤਾਂ ਚੋਲੇ ਨੂੰ ਇਕੱਠਾ ਕੁੱਠਾ ਕਰਕੇ ਆਪਦਾ ਬਚਾ ਕੇ ਚੱਲੋ। ਠੀਕ ਆ। ਅੰਜਨ ਮਾਹੇ ਨਿਰੰਜਨ ਰਹੀ ਹੈ, ਬਾਹਰ ਨਾ ਭਵਜਲ ਪਾਇਆ। ਸਿੱਖੋ, ਫੇਰ ਤੁਸੀਂ ਇਹ ਭਵ ਸਾਗਰ ਚੋਂ ਦੂਰ ਹੋ ਸਕਦੇ ਹੋ। ਹੁਣ ਭਵਜਲ ਦਾ ਇੱਕ ਅਰਥ ਸੰਸਾਰ ਵੀ ਹੈ, ਸਮੁੰਦਰ। ਉਹ ਜਲ ਦਾ ਭਰਿਆ ਹੁੰਦਾ ਸਮੁੰਦਰ। ਇਹ ਭਵ ਜਨਮਾਂ ਦਾ ਭਰਿਆ ਹੋਇਆ, 84 ਲੱਖ ਜੂਨਾਂ ਦਾ ਭਰਿਆ ਹੋਇਆ। ਉਹ ਸਮੁੰਦਰ ਪਾਣੀ ਦਾ ਭਰਿਆ ਹੋਇਆ, ਇਹ ਡਰਾਂ ਦਾ ਭਰਿਆ ਹੋਇਆ। ਕੋਈ ਕਿਸੇ ਤੋਂ ਡਰਦਾ ਹੈ, ਕੋਈ ਕਿਸੇ ਨੂੰ ਡਰਾਉਂਦਾ ਹੈ। ਲੇਕਿਨ ਰੱਬ ਦਾ ਸੁਭਾਅ ਕੀ ਹੈ? ਨਿਰਭਉ ਨਿਰਵੈਰ। ਉਹ ਨਾ ਡਰਦਾ ਨਾ ਡਰਾਉਂਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਭਲ ਥੱਕੀ ਜੀ। ਮੈਂ ਕਈ ਵਾਰੀ ਵਰਤ ਕੇ ਵੇਖਿਆ, ਪਰਖ ਕੇ। ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨ ਹੈ। ਨਿਰਾਈ ਰੱਬ ਹੈ ਹੀ ਰੱਬ ਦੀ ਗੱਲ। ਪੂਰਨ ਭਗਵਾਨ ਹੈ। ਔਗਣ ਕੋ ਨਾ ਚਿਤਾਰਾ, ਮੇਰੇ ਕਰੀ ਔਗਣ ਹੀ ਨਹੀਂ ਵੇਖਦਾ। ਇੰਨਾ ਪਿਆਰ ਕਰਦਾ ਪਰਮੇਸ਼ਰ, ਤਾਂ ਇੰਨਾ ਪਿਆਰ ਕਰਦਾ। ਗੁਰੂ ਆਪਾਂ ਨੂੰ ਇੰਨਾ ਪਿਆਰ ਕਰਦਾ। ਖੈਰ, ਬਹੁਰ ਨਾ ਭਵਜਲ ਪਾਇਆ। ਸਿੱਖਾ, ਸੰਸਾਰ ਸਮੁੰਦਰ ਚੋਂ ਨਿਕਲਣ ਵਾਸਤੇ ਤੈਨੂੰ ਆਪਣੇ ਆਪ ਨੂੰ ਸਾਫ਼ ਰੱਖਣਾ ਪਊਗਾ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਵੈਰ, ਨਾ ਕਾਹੂ ਸੇ ਈਰਖਾ, ਨਾ ਨਿੰਦਾ, ਨਾ ਚੁਗਲੀ, ਨਾ ਸਾੜਾ।
ਪੰਜੇ ਵਿਕਾਰ ਹੈ, ਕਾਮ ਲੋਭ ਹੰਕਾਰ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਬਹੁੜ ਨਾ ਭਵਜਲ ਪਾਇਆ। ਮੇਰੇ ਰਾਮ ਉਹ ਮੇਰੇ ਵੀਰ, ਆ ਉਸ ਮੇਰੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੰਤ ਜਨੋ, ਪਰਮੇਸ਼ਰ ਦੇ ਪਿਆਰਿਓ, ਮੇਰੇ ਰਾਮ ਐਸਾ ਖੀਰ ਬਲੋਈਆ। ਖੀਰ ਕੀ ਹੈ? ਹੁਣ ਉਧਰ ਉਹਨਾਂ ਨੇ ਸਮੁੰਦਰ ਰਿੜਕਿਆ, ਦੇਵਤਿਆਂ ਨੇ ਮਿਲ ਕੇ ਸਮੁੰਦਰ ਰਿੜਕਿਆ ਤੇ ਸਮੁੰਦਰ ਦੇ ਵਿੱਚ ਉਹਨਾਂ ਨੇ 14 ਰਤਨ ਨਿਕਾਲੇ। ਹੁਣ ਬਾਣੀ 'ਚ ਲਿਖਿਆ ਹੋਇਆ, ਠੀਕ ਹੈ, ਪੜਿਆ ਹੁਣ ਤੁਸੀਂ ਕਿਤੇ ਸਹਿਜ ਪਾਠ ਕਰਦੇ ਆ। 14 ਰਤਨ ਕੱਢੇ ਉਹਨਾਂ ਨੇ, ਠੀਕ ਹੈ। ਖੀਰ ਦੁੱਧ ਨੂੰ ਕਹਿੰਦੇ ਆ, ਵੈਸੇ ਅਸੀਂ ਚੌਲ ਪਾ ਕੇ ਖੀਰ ਕਹਿੰਦੇ ਆ, ਲੇਕਿਨ ਬਿਨਾਂ ਚੌਲਾਂ ਤੋਂ ਹੀ ਉਹਦਾ ਨਾਮ ਖੀਰ ਹੈ। ਤੇ ਖੀਰ ਸਮੁੰਦਰ ਵੀ ਆ, ਖੀਰ ਸਾਗਰ ਵੀ ਹੈ ਇੱਕ। ਇੱਧਰ ਖੀਰ ਦੁੱਧ ਦਾ ਨਾਮ ਹੈ ਤੇ ਇੱਧਰ ਕਬੀਰ ਸਾਹਿਬ ਜੀ ਦੁੱਧ ਦੀ ਉਦਾਹਰਨ ਦੇ ਕੇ ਕਹਿੰਦੇ ਪਰਮੇਸ਼ਰ ਦਾ ਰਸ ਇਉਂ ਲਿਆ ਜਾ ਸਕਦਾ ਹੈ। ਮੇਰੇ ਰਾਮ ਐਸਾ ਖੀਰ ਬਲੋਈਆ, ਇਹ ਜਿਹੋ ਜਾ ਨਿਸ਼ਕਾਮ ਕਰਮਾ ਰੂਪੀ ਦੁੱਧ ਰਿੜਕਣਾ ਕਰੋ। ਦੁੱਧ ਕੀ ਹੈ? ਨਿਸ਼ਕਾਮਤਾ, ਪਵਿੱਤਰਤਾ, ਠੀਕ ਹੈ। ਮੇਰੇ ਰਾਮ ਐਸਾ ਖੀਰ ਬਲੋਈਆ ਹੈ, ਨਿਸ਼ਕਾਮ ਕਰਮ ਕਰਨੇ। ਜਿਵੇਂ ਦੁੱਧ ਵਾਲੇ ਕੋਲੇ ਲੈ ਜਾ ਕੇ ਕੋਈ ਗੰਦਾ ਭਾਂਡਾ ਕਰ ਦਿਓ, ਦੁੱਧ ਨਹੀਂ ਪਾਉਂਦਾ ਵਿੱਚ, ਤੇ ਫਿਰ ਕੀ ਕਰਨਾ ਪੈਂਦਾ ਹੈ? ਦੁੱਧ ਵਾਲਾ ਕਹਿੰਦਾ ਬਈ ਭਾਂਡਾ ਤਾਂ ਸਾਫ਼ ਲਿਆ, ਇਹ 'ਚ ਨਹੀਂ ਪੈਂਦਾਗਾ। ਜੋ ਇਹ ਵੀ ਕਹੇ ਕਿ ਮੈਂ ਪੀਣਾ, ਤੈਨੂੰ ਕੀ ਪਾ ਦੇ? ਕਹਿੰਦਾ ਨਾ, ਬਿਲਕੁਲ ਨਹੀਂ, ਜਾਤਾ ਸਾਫ਼ ਕਰ ਲੈ। ਤੇ ਗੁਰੂ ਸਾਹਿਬ ਕੀ ਕਹਿੰਦੇ ਆ? ਇਸ ਨਾਮ ਰੂਪੀ ਰਸ ਨੂੰ ਲੈਣ ਵਾਸਤੇ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ। ਉੱਥੇ ਦੁੱਧ ਦੀ ਗੱਲ ਹੈ, ਪਰ ਇੱਥੇ ਦੁੱਧ ਹੈ ਜਿਹੜਾ ਨਾਮ ਦਾ ਰਸ ਅੰਦਰੋਂ ਪੀਣਾ, ਪਹਿਲਾਂ ਇਹਨੂੰ ਸਾਫ਼ ਕਰ ਲਾ, ਠੀਕ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਜ ਜਮਾਵੋ। ਸਮਾਇਣ ਕੀ ਹੁੰਦਾ ਹੈ? ਜਾਗ। ਜਿਹੜਾ ਦਹੀਂ ਦਾ ਚਮਚਾ ਦੁੱਧ 'ਚ ਪਾਉਣੇ ਆ ਗਰਮ ਕਰਕੇ ਆਪਾਂ, ਠੀਕ ਹੈ। ਦੁੱਧ ਕਰਮ, ਚੰਗੇ ਕਰਮ ਕਰੋ, ਦੁੱਧ ਵਰਗੇ ਚਿੱਟੇ। ਵੱਡਾ ਦੁੱਧ ਹੋਤਾ ਹੈ ਤੂੰ, ਇਹਦਾ ਕਾਰਨ ਕੀ ਹੈ? ਵੀ ਤੂੰ ਬਹੁਤ ਸਾਫ਼ ਹੈ ਆਪ ਯਾਰ। ਬੀਬੀਆਂ ਬਜ਼ੁਰਗ ਮਾਈਆਂ ਉਦਾਹਰਨ ਦਿੰਦੀਆਂ, ਦੁੱਧੀ ਨਹਾਵੇਂ ਪੁੱਤੀ ਫਲੇ। ਚੜ੍ਹਦੀ ਕਲਾ ਦੇ ਬਚਨਾਂ ਸਾਧੂਆਂ ਮਹਾਂਪੁਰਸ਼ਾਂ ਦੀ ਬੀਬੀਆਂ ਨੇ। ਖੈਰ, ਇਹੋ ਜਿਹੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਨੂੰ ਰਿੜਕਣਾ ਕਰੋ। ਹੋਏ ਨਿਰਾਜ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਕਰਨਾ ਕੀ ਆ ਹੁਣ ਇੱਥੇ? ਧਿਆਨ ਦਿਓ, ਮੋਬਾਈਲਾਂ 'ਚ ਧਿਆਨ ਕੱਢ ਕੇ ਮੇਰੇ ਵੱਲ ਦੇਖੋ। ਜੇ ਮੋਬਾਈਲ ਦੇਖੀ ਗਏ ਤਾਂ ਫਿਰ ਨਹੀਂ ਗੱਲ ਬਣਨੀ। ਨਿਸ਼ਕਾਮ ਰੂਪੀ ਖੀਰ ਦੁੱਧ ਨੂੰ ਰਿੜਕਣਾ ਕਰੀਏ ਕਿਵੇਂ? ਧਿਆਨ ਦਿਓ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਦੁੱਧ ਕਰਮ ਫੁਨ ਸੁਰਤ ਸਮਾਇਨ, ਸੁਰਤ ਵਿੱਚ ਚੰਗੇ ਖਿਆਲ ਰੱਖਣੇ, ਚੰਗੇ ਕਰਮ ਰੱਖਣੇ। ਹੋਏ ਨਿਰਾਸ਼ ਜਮਾਵੋ। ਨਿਰਾਸ਼ ਹੋਣ ਦਾ ਕੀ ਮਤਲਬ ਬਣਾ? ਦੁੱਧ ਰਾਤ ਨੂੰ ਆਪਾਂ ਜਮਾ ਕੇ ਰੱਖਤਾ ਰਿੜਕਣੇ ਵਿੱਚ, ਜੇ ਰਾਤ ਨੂੰ ਉੱਠ ਕੇ ਕਈ ਵਾਰੀ ਹਿਲਾ ਕੇ ਦੇਖ ਲਈਏ ਜੰਮਿਆ ਕਿ ਨਹੀਂ, ਜੰਮਿਆ ਕਿ ਨਹੀਂ, ਤਾਂ ਉਹ ਜੰਮਣਾ ਨਹੀਂ, ਤੜਕੇ ਨੂੰ ਖਰਾਬ ਭਾਵੇਂ ਹੋ ਜੇ, ਖੱਟਾ ਤੇ ਹੋ ਜਾਊਗਾ, ਜੰਮਣ ਨਹੀਂ ਦੇਣਾ। ਮਤਲਬ ਨੇਕੀ ਕਰ ਦਰਿਆਵੇਂ ਡਾਲ, ਚੰਗੇ ਕੰਮ ਕਰ ਤੇ ਉਹਦੇ ਫਲ ਬਾਰੇ ਭੁੱਲ ਜਾ, ਦੇਊਗਾ ਜ਼ਰੂਰ। ਇੱਕ ਤਿਲ ਨਹੀਂ ਭੰਨਿਆ ਘੱਲ ਹੈ, ਠੀਕ ਹੈ। ਇੱਕ ਤਿਲ ਜਿੰਨਾ ਵੀ ਤੇਰਾ ਹਿਸਾਬ ਕਿਤਾਬ ਨਹੀਂ ਰੱਖਣਾ ਉਸਨੇ ਸੇਵਾ ਦਾ, ਦੇਊਗਾ ਜ਼ਰੂਰ। ਪਰ ਤੂੰ ਨਿਰਾਸ਼ ਹੋ ਜਾ ਇਸ ਗੱਲ ਵੱਲੋਂ ਕਿ ਮੈਨੂੰ ਇਹਦਾ ਫਲ ਕਿਉਂ ਨਹੀਂ ਮਿਲਿਆ। ਮੈਂ 40 ਦਿਨ ਹੋ ਗਏ ਗੁਰਦੁਆਰੇ ਜਾਂਦੇ ਨੂੰ, ਸਾਡਾ ਕੰਮ ਤਾਂ ਹੋਇਆ ਨਹੀਂ, ਹੁਣ ਨਹੀਂ ਮੈਂ ਗੁਰਦੁਆਰੇ ਜਾਂਦਾ। ਕਹੋ ਸਤਨਾਮ ਸ੍ਰੀ। ਇਹ ਕੀ ਹੈ? ਕਾਲੀ, ਠੀਕ ਹੈ। ਜਪੋ ਤਾਂ ਏਕੋ ਨਾਮਾ। ਇਹ ਮਨ ਈਟੀ ਹਾਥ ਕਰੋ। ਈਟੀ ਕੀ ਹੁੰਦਾ ਹੈ? ਜਿਹੜੀ ਮਧਾਣੀ ਦੇ ਉੱਤੇ ਨੇਤਰਾ ਪਾਇਆ, ਜਿਹਨੂੰ ਰੱਸੀ ਨੂੰ ਆਪਾਂ ਨੇਤਰਾ ਕਹਿੰਦੇ ਆ, ਜਿਹੜੀਆਂ ਉਹਨੂੰ 2 ਗੁੱਲੀਆਂ ਲੱਗੀਆਂ ਫੜਨ ਵਾਸਤੇ ਮੁੱਠੀ 'ਚ, ਜਿਵੇਂ ਉਸ ਨੇਤਰੇ ਦੀਆਂ ਗੁੱਲੀਆਂ ਨੂੰ ਫੜ ਕੇ ਬੀਬੀ ਪੀੜੀ ਤੇ ਬੈਠ ਕੇ ਦੋਨੇ ਬਾਹਾਂ ਹਿਲਾ ਕੇ ਦੁੱਧ ਰਿੜਕਦੀ ਆ,
ਇਸੇ ਤਰ੍ਹਾਂ ਤੇਰਾ ਮਨ ਜਿਹੜਾ ਬਾਰ-ਬਾਰ ਬਾਹਰ ਜਾ ਰਿਹਾ ਹੈ ਉਹ ਨੇਤਰੇ ਵਾਂਗੂ ਕੱਸ ਕੇ ਰੋਕ ਕੇ ਰੱਖ, ਫੜ ਕੇ ਰੱਖ। ਠੀਕ ਹੈ, ਇਹ ਮਨ ਇਟੀ ਹਾਥ ਕਰੋ ਧਿਆਨ ਦਿਓ। ਹੁਣ ਨੇਤਰੋਂ ਨੀਂਦ ਨਾ ਆਵੇ, ਜੇ ਉਹਨੂੰ ਦੁੱਧੜ ਕੇ ਨੀਂਦ ਆ ਗਈ ਤਾਂ ਕੀ ਹੋ ਭਲਾ? ਜੇ ਬੀਬੀ ਨੀਂਦ ਆ ਜਾਏ ਧੜਕਣ ਵੇਲੇ ਕੀ ਹੋ ਜਾਊਗਾ? ਲੜਕਿਆ ਨਹੀਂ ਜਾਣਾ, ਮਧਾਣੀ ਭੰਨ ਵੀ ਸਕਦੀ ਲੜਕਣੇ ਨੂੰ। ਠੀਕ ਹੈ, ਦੁੱਧ ਖਰਾਬ ਹੋ ਜਾਊਗਾ। ਜੇ ਤੈਨੂੰ ਸਿਮਰਨ ਕਰਦਿਆਂ ਨੀਂਦ ਆ ਗਈ ਤਾਂ ਤੇਰਾ ਜੀਵਨ ਖਰਾਬ ਹੋ ਜਾਊਗਾ। ਨੇਤਰੋਂ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮਥੀ ਹੈ। ਉੱਥੇ ਮਧਾਣੀ ਖਰੜ ਖਰੜ ਕਰਦੀ ਹੈ, ਤੂੰ ਆਪਣੀ ਰਸਨਾ ਨਾਲ ਜਪਿਆ ਕਰ, ਵਾਹਿਗੁਰੂ 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 ਵਾਹਿਗੁਰੂ। ਰਸਨਾ ਨਾਮ ਜਪੋ ਤਾਂ ਮਥੀ ਹੈ, ਇਨ ਵਿਦ ਅੰਮ੍ਰਿਤ ਪਾਵੋ। ਅੱਗੇ ਚੱਲੀਏ, ਕਬੀਰ ਸਾਹਿਬ ਜੀ ਕੀ ਕਹਿ ਰਹੇ ਨੇ? ਮੇਰੇ ਰਾਮ ਐਸਾ ਖੀਰ ਬਲੋਈਆ, ਗੁਰਮਤਿ ਮਨੁ ਆਇ ਅਸਥਿਰ ਰਾਖੋ। ਉੱਥੇ ਨੇਤਰੇ ਵਾਂਗੂ ਕਹਿਤਾ, ਇੱਥੇ ਗੁਰਮਤਿ ਅਨੁਸਾਰ ਮਨ ਨੂੰ ਰੋਕ ਕੇ ਰੱਖੋ। ਕਿੱਥੇ ਰੋਕ ਕੇ ਰੱਖੋ? ਇਹਨੂੰ ਬਿਠਾ ਕੇ ਰੱਖੋ। ਕਿੱਥੇ ਬਿਠਾ ਕੇ ਰੱਖੋ? ਰੋਜ਼ ਗੱਲ ਕਰਦੇ ਆ ਸਿਮਰਨ ਦੀ ਆਪਾਂ। ਪਲਕਾਂ ਨੀਵੀਆਂ ਕਰਕੇ ਨੇਤਰਾਂ ਨੂੰ ਸਵਾਸਾਂ ਤੇ ਬਿਠਾ ਲਓ। ਕਹੋ ਸਤਨਾਮ ਸ੍ਰੀ। ਸਮਝ ਗਏ? ਨੇਤਰਾਂ ਨੂੰ ਸਵਾਸਾਂ ਤੇ ਲਾ ਕੇ ਇੱਥੋਂ ਦੀ ਅੰਦਰ ਜਾਣਾ ਹੈ ਆਪਾਂ, ਇੱਥੋਂ ਦੀ ਬਾਹਰ ਨਿਕਲਣੀ ਅੱਖ ਚੋਂ, ਸਵਾਸ ਵਿੱਚ ਦੀ ਅੰਦਰ ਜਾਣਾ। ਕਿੱਥੇ ਜਾਣਾ? ਧਿਆਨ ਦਿਓ। ਇਹੜਾ ਪਿੰਗਲਾ ਔਰ ਸੁਖਮਨਾ ਉਹ ਮਗਰ ਦੀ ਆਉਂਦੀ, ਰੀੜ੍ਹ ਦੀ ਹੱਡੀ ਦੇ ਵਿੱਚ ਆਉਂਦੀ, ਇੱਥੋਂ ਦੀ ਹੁੰਦੀ ਹੋਈ ਇੱਥੇ ਆਉਂਦੀ ਆ ਮੱਥੇ 'ਚ। ਇਹੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਇੱਕ ਠਾਈ। ਇੱਥੇ ਪਹੁੰਚਣਾ, ਇੱਥੋਂ ਦੀ ਜਾ ਕੇ ਸਵਾਸਾਂ ਵਿੱਚ ਦੀ ਪਹੁੰਚਣਾ। ਕਿਹਨੇ ਆ? ਅੱਖਾਂ ਦੀ ਜੋਤ ਨੇ। ਜੋਤ ਕੌਣ ਹੈ? ਤੂੰ। ਆਪਾਂ ਅੰਦਰ ਜਾਣਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਮੂਲ ਸਾਡਾ ਸਵਾਸ ਹੀ ਆ, ਹਵਾ ਹੀ ਆ। ਆਪਾਂ ਹਵਾ ਤੋਂ ਹੀ ਪੈਦਾ ਹੋਏ ਆ ਤੇ ਹਵਾ ਹੀ ਗੁਰੂ ਬਣ ਕੇ ਸਾਨੂੰ ਸਮਝਾਉਣ ਆ ਗਿਆ। ਪਵਨ ਗੁਰੂ ਪਾਣੀ ਪਿਤਾ। ਸ਼ਬਦ ਕਿੱਥੋਂ ਬਣਿਆ? ਹਵਾ ਤੋਂ। ਹਵਾ ਬਣੀ ਆ ਪਰਮੇਸ਼ਰ ਤੋਂ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ। ਠੀਕ ਹੈ, ਧਿਆਨ ਦਿਓ। ਗੁਰਮਤਿ ਮਨੁ ਆਇ ਅਸਥਿਰ ਰਾਖੋ। ਗੁਰਮਤਿ ਅਨੁਸਾਰ ਭਾਵ ਗੁਰੂ ਦੀ ਦੱਸੀ ਮਤ ਮੁਤਾਬਕ ਇਸ ਮਨ ਨੂੰ ਰੋਕ ਕੇ ਰੱਖੋ, ਸਥਿਰ ਕਰਕੇ ਰੱਖੋ। ਇਨ ਵਿਧੀ ਅੰਮ੍ਰਿਤ ਪਾਵੋ। ਇਸ ਵਿਧੀ ਦੇ ਨਾਲ, ਇਸ ਜੁਗਤੀ ਦੇ ਨਾਲ ਤੋਂ ਜਿਹੜਾ ਹੈ ਅੰਮ੍ਰਿਤ ਨੂੰ ਪ੍ਰਾਪਤ ਕਰ ਸਕਦਾ ਹੈ। ਠੀਕ ਹੈ, ਉਹ ਅੰਮ੍ਰਿਤ ਰਸ ਸਾਡੇ ਅੰਦਰੋਂ ਨਿਕਲਣਾ। ਇੱਕ ਬਾਹਰੋਂ ਆਪਾਂ ਛਕਿਆ ਨਾ, ਇਹ ਆਪਾਂ ਕਾਲਜ ਵਿੱਚ ਦਾਖਲਾ ਲਿਆ, ਇਹ ਆਪਾਂ ਸਿੱਖੀ ਦੇ ਸਕੂਲ 'ਚ ਦਾਖਲ ਹੋਏ ਆ। ਠੀਕ ਹੈ, ਇਹ ਆਪਾਂ ਬਚਨ ਵਿੱਚ ਵੱਜੇ ਹੋਏ ਆ ਗੁਰੂ ਸਾਹਿਬਾਨ ਦੇ, ਜੋ ਉਹਨਾਂ ਦੱਸਿਆ ਰਹਿਤ ਕੁਰੈਤ ਜੀਵਨ ਕੈਸੇ ਜਿਉਣਾ। ਇਹ ਸਾਰਾ ਕੁਝ ਬਾਣੀ ਦੇ ਰਾਹੀਂ ਸਾਨੂੰ ਸਮਝ ਆਉਣੀ ਆ। ਗੁਰਮਤਿ ਮਨੁਆ ਅਸਥਿਰ ਰਾਖੋ, ਇਨ ਵਿਦ ਅੰਮ੍ਰਿਤ ਪਾਵੋ। ਇਨ ਵਿਦ ਅੰਮ੍ਰਿਤ ਪਿਓਈਆ। ਪਿਓਈਆ ਇਉਂ ਪੀਓ ਅੰਦਰੋਂ। ਰਹਾਓ। ਜਦੋਂ ਸਿੱਖ ਨੇ ਗੁਰੂ ਦੀ ਗੱਲ ਸੁਣੀ, ਜਿਵੇਂ ਕਬੀਰ ਸਾਹਿਬ ਨੇ ਆਪਣੇ ਭਗਤਾਂ ਨੂੰ ਇਹ ਗੱਲ ਸੁਣਾਈ, ਸਤਿਗੁਰਾਂ ਦੇ ਪ੍ਰੇਮ ਰੂਪੀ ਬਚਨ ਜਦੋਂ ਕਿਸੇ ਸਿੱਖ ਦੇ ਹਿਰਦੇ 'ਚ ਲੱਗਦੇ, ਆਪਾਂ ਤਾਂ ਰੋਜ਼ ਗੱਲ ਕਰਦੇ ਆ, ਪਤਾ ਨਹੀਂ ਤੁਸੀਂ ਮੰਨਦੇ ਜਾਂ ਨਹੀਂ ਮੰਨਦੇ, ਮੈਂ ਤਾਂ ਆਪਣੀ ਡਿਊਟੀ ਨਿਭਾ ਰਿਹਾ। ਠੀਕ ਹੈ ਨਾ? ਮੈਂ ਸਿਮਰਨ ਬਾਰੇ ਤੁਹਾਨੂੰ ਹਰ ਰੋਜ਼ਾਨਾ ਇੱਕ ਵਾਰੀ ਯਾਦ ਕਰਾਉਣਾ ਵੀ ਸਿਮਰਨ ਏਦਾਂ ਕਰਨਾ। ਜੇ ਕਰੋਗੇ, ਜਿਨ੍ਹਾਂ ਦੇ ਹਿਰਦੇ ਵਿੱਚ ਇਹ ਗੱਲ ਜੱਚ ਗਈ, ਗੁਰ ਕੈ ਬਾਣ ਬੱਜਰ ਕਲ ਛੇਦੀ। ਬੱਜਰ ਕੀ ਹੁੰਦਾ ਹੈ? ਸਖਤ। ਬਜਰੀ ਸੀਮਿੰਟ ਰਲ ਕੇ ਕੀ ਬਣ ਜਾਂਦਾ? ਬੱਜਰ। ਉਹਨੂੰ ਬੱਜਰ ਕਿਹਾ, ਸਖਤ। ਮਤਲਬ ਇੱਥੇ ਜਿਹੜਾ ਹੈ ਸਾਡੀ ਅੰਦਰ ਜਾਣ ਦਾ ਰਸਤਾ ਜਿਹੜਾ ਬੜਾ ਸਖਤ ਆ, ਇੱਥੇ ਪਹੁੰਚਣਾ। ਇਹੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਇੱਕ ਠਾਈ। ਬੇਣੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੈ ਤਥਾਈ। ਸੰਤੋ ਤਾਹਾਂ ਨਿਰੰਜਨ ਰਾਮ ਹੈ। ਗੁਰਗਮ ਚੀਨੈ ਬਿਰਲਾ ਕੋਏ। ਇਹ ਰਸਤਾ ਕੋਈ ਬਿਰਲਾ ਸਮਝਦਾ। ਗੁਰਗਮ ਚੀਨੈ ਬਿਰਲਾ ਕੋਏ, ਤਾਹੈ ਨਿਰੰਜਨ ਰਮਈਆ ਹੋਏ। ਜਿਹਨੇ ਸਮਝ ਲਿਆ ਉੱਥੇ ਪਰਮੇਸ਼ਰ ਦਾ ਆਉਣਾ ਜਾਣਾ ਹੋ ਗਿਆ। ਉਹ ਤਾਂ ਵੈਸੇ ਅੰਦਰ ਹੀ ਹੈ, ਪਰ ਦੋਨਾਂ ਦਾ ਮਿਲਾਪ ਹੋ ਗਿਆ ਉਹਨਾਂ ਦਾ। ਗੁਰ ਕੈ ਬਾਣ ਬੱਜਰ ਕਲ ਛੇਦੀ। ਬੱਜਰ ਕਲ ਬੜੀ ਭਿਆਨਕ ਸਖਤ ਰਸਤਾ ਜਗ੍ਹਾ ਸੀ ਜਿਹੜੀ
ਉਹ ਗੁਰੂ ਦੇ ਤੀਰਾਂ ਨਾਲ ਮੈਂ ਛੇਦੀ ਬਿਨ ਲਈ ਰਸਤਾ ਖੋਲ ਲਿਆ। ਉੱਥੋਂ ਅੰਦਰ ਜਾਣ ਦਾ ਰਸਤਾ ਇੱਥੋਂ ਦੀ ਖੋਲ ਲਿਆ। ਪਰ ਗਟਿਆ ਪਦ ਪਰਗਾਸਾ, ਤੇ ਫਿਰ ਅੰਦਰ ਸਾਖਿਆਤ ਹੋ ਗਿਆ, ਪ੍ਰਗਾਸ ਹੋ ਗਿਆ। ਸਮਝ ਆ ਗਈ ਬਈ ਆਹ ਚੀਜ਼ ਹੈ। ਪ੍ਰਕਾਸ਼ ਪ੍ਰਕਾਸ਼ ਵਿੱਚ ਵੀ ਫਰਕ ਹੈ। ਹੁਣ ਇੱਥੇ ਜਿਹੜਾ ਰਸ ਹੈ ਨਾ, ਉਹਦਾ ਮਤਲਬ ਗਿਆਨ ਹੈ। ਜਿਹੜਾ ਨਾਮ ਪ੍ਰਕਾਸ਼ ਦਾ ਹੈ, ਇਹਦਾ ਮਤਲਬ ਗਿਆਨ ਹੈ। ਵਿਵੇਕ ਬੁੱਧੀ ਚੰਗੇ ਮਾੜੇ ਦੀ ਪਛਾਣ ਹੋ ਗਈ। ਪ੍ਰਗਟਿਆ ਪਦ ਪਰਗਾਸਾ, ਔਰ ਉਹ ਪ੍ਰਗਾਸ ਹੈ ਜਿਹੜਾ ਉਹ ਨਾ ਸੂਰਜ ਵਰਗਾ ਨਾ ਚੰਦਰਮਾ ਵਰਗਾ। ਸਮਝ ਗਏ? ਪ੍ਰਗਟਿਆ ਪਦ ਪਰਗਾਸਾ, ਸ਼ਕਤ ਅੰਧੇਰ ਜੇਵੜੀ ਭਰਮ ਚੂਕਾ। ਸ਼ਕਤ ਕੀ ਹੈ? ਮਾਇਆ। ਮਾਇਆ ਦਾ, ਅਵਿਦਿਆ ਰੂਪੀ ਅਗਿਆਨਤਾ ਦਾ, ਭਰਮ ਦਾ। ਜੇਵੜੀ ਕੀ ਹੈ? ਬੇੜੀ। ਜਿਹੜੀ ਭਰਮਾਂ ਦੀ ਸਾਡੇ ਸੁਰਤ ਨੂੰ ਬੇੜੀ ਪਈ ਹੋਈ ਸੀ, ਉਹ ਬੇੜੀ ਕੱਟੀ ਗਈ। ਸਖਤ ਅਧੇਰ ਜੇਵੜੀ। ਕਿਹੜੀ ਜੇਵੜੀ? ਗਾ ਕਲੀਅਰ ਕਰਤੀ, ਭਰਮ ਚੂਕਾ। ਸਾਰੇ ਭਰਮ ਨਿਕਲ ਗਏ, ਵਹਿਮ ਨਿਕਲ ਗਏ। ਨਿਹਚਲ ਸ਼ਿਵ ਘਰ ਵਾਸ਼ਾ, ਮੈਂ ਸ਼ਿਵ ਦੇ ਘਰ ਚ ਪਹੁੰਚ ਗਿਆ। ਤੋ ਸ਼ਿਵ ਕੌਣ ਹੈ? ਕਿਹੜਾ ਸ਼ਿਵ ਹੈ? ਪਰਮਾਤਮਾ ਹੀ। ਮਹਾਦੇਵ ਨਹੀਂ। ਦੇਹ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬੂ ਨਾ ਡਰੋ ਸ਼ਿਵ। ਸ਼ਿਵ ਤੇ ਸ਼ਕਤੀ, ਇਹ ਵੀ ਦੋ ਅਰਥ ਆ। ਰਾਧਾ ਕ੍ਰਿਸ਼ਨ ਵੀ ਅਰਥ ਹੈ, ਰਾਮ ਸੀਤਾ ਵੀ ਸ਼ਬਦ ਹੈ। ਇਸੇ ਤਰ੍ਹਾਂ ਇੱਥੇ ਇੱਕ ਸੂਖਮ ਸ਼ਬਦ ਹੈ, ਸ਼ਿਵ ਸ਼ਕਤੀ। ਸ਼ਕਤੀ ਉਹਦੀ ਮਾਇਆ ਜਿਹੜੀ ਆ ਦਿਖ ਰਹੀ ਆਪਾਂ ਨੂੰ ਸਾਰੀ, ਤੇ ਸ਼ਿਵ ਉਹਦੇ ਵਿੱਚ ਸਮਾਇਆ ਹੋਇਆ ਚੇਤਨ। ਠੀਕ ਹੈ? ਨੇਚਲ ਸ਼ਿਵ ਘਰ ਵਾਸਾ, ਮੇਰਾ ਹੁਣ ਕਲਿਆਣ ਰੂਪੀ ਸ਼ਿਵ ਦੇ ਘਰ ਵਿੱਚ ਵਾਸਾ ਹੋ ਗਿਆ। ਮੈਂ ਉੱਥੇ ਅਸਥਿਤ ਹੋ ਗਿਆ ਜਦੋਂ ਸਿਮਰਨ ਕਰਕੇ ਅੰਦਰ ਗਿਆ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਜਦੋਂ ਸਿਮਰਨ ਕਰਦਾ ਕਰਦਾ ਮੈਂ ਅੰਦਰ ਗਿਆ, ਤੇ ਸਦਾ ਸਦਾ ਨੇ ਜਿਹੜਾ ਸਾਡਾ ਵਾਸਾ ਸੀਗਾ ਉੱਥੇ ਹੋ ਗਿਆ। ਤਿੰਨ ਬਿਨ ਬਾਣੈ ਧਨੁਖ ਚੜਾਈਆਂ। ਹੁਣ ਧਨੁਖ ਦਾ ਚਲਾਇਆ, ਤੀਰ ਵੀ ਚਲਾਇਆ, ਪਰ ਤੀਰ ਦਿਸਦਾ ਨਹੀਂਗਾ। ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਘਣ ਹਰ ਗਾਜੈ। ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰੇ ਕੋਈ। ਠੀਕ ਹੈ? ਧਿਆਨ ਦਿਓ। ਤਿੰਨ ਬਿਨ ਬਾਣੈ ਧਨੁਖ ਚੜਾਈਆਂ। ਭਰਾਵੋ, ਇਹ ਮਾਇਆ ਐਸੀ ਸ਼ਕਤੀ ਹੈ ਜਿਸ ਨੇ ਬਾਹਰਲੇ ਪ੍ਰਤੱਖ ਬਾਣ ਸਾਡੇ ਮਾਰੇ, ਭਾਵ ਸਾਡੇ ਤੇ ਮਾਇਆ ਨੇ ਅਸਰ ਕੀਤਾ। ਇਹ ਜਗ ਵੇਧਿਆ ਭਾਈ, ਇਹ ਸੰਸਾਰਾ ਮਾਇਆ ਦੇ ਚੱਕਰਾਂ ਵਿੱਚ ਵੱਜਿਆ ਪਿਆ ਹੈ, ਬਿੰਨਿਆ ਪਿਆ ਹੈ। ਤੇ ਮਹਾਂਪੁਰਖਾਂ ਨੇ ਕਿਰਪਾ ਕੀਤੀ, ਫਿਰ ਐਸਾ ਧਨੁਖ ਦਿੱਤਾ ਪ੍ਰੇਮ ਦਾ। ਕੱਲ ਪੜ੍ਹਿਆ ਸੀ ਆਪਾਂ, ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ। ਉੱਥੇ ਫਿਰ ਕਿਹੜਾ ਧਨੁਖ ਦਿੱਤਾ ਆਪਾਂ ਨੂੰ? ਕੀ ਕਿਹਾ ਸੀ ਮਹਾਰਾਜ ਨੇ? ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਸਾਧ ਸੰਗਤ ਯਾਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ। ਠੀਕ ਹੈ? ਸੰਗਤ ਦੇ ਗੁਰੂ ਦੀ ਕਿਰਪਾ ਨਾਲ ਮੈਂ ਉਹ ਗੜ ਦਾ ਰਾਜਾ ਜਿਹੜਾ ਮਨ ਸੀਗਾ, ਜਿਹੜਾ ਭਟਕਦਾ ਬਿਲੇ, ਇਕੱਠਾ ਕਰ ਲਿਆ, ਫੜ ਲਿਆ। ਦਹਿ ਦਿਸ ਬੂਢੀ ਭਵਨ ਝੁਲਾਵੇ, ਉਹਨਾਂ ਮਹਾਂਪੁਰਖਾਂ ਨੇ ਫਿਰ ਸਾਨੂੰ ਬਚਨਾ ਰੂਪੀ ਤੀਰ ਦਿੱਤੇ, ਪ੍ਰੇਮ ਰੂਪੀ ਧਨੁਖ ਦਿੱਤਾ। ਉਹਨਾਂ ਮਹਾਂਪੁਰਖਾਂ ਦੇ ਫਿਰ ਦੇਹੀ ਜਿਹੜੀ ਹੈ ਗੁੱਡੀ, ਭਾਵ ਜਿਵੇਂ ਪਤੰਗ ਉੱਤੇ ਫਿਰਦਾ ਹੈ, ਪਤੰਗ ਹਵਾ 'ਚ ਖੇਡ ਰਿਹਾ ਹੈ, ਡੋਰ ਰਹੀ ਲਿਵਲਾਈ, ਪਰ ਉਹਨਾਂ ਦੀ ਸੁਰਤ ਜਿਹੜੀ ਹੈ ਪਰਮੇਸ਼ਰ ਨਾਲ ਜੁੜੀ ਹੋਈ, ਪਰਮੇਸ਼ਰ ਦੇ ਆਕਾਸ਼ਾਂ ਰੂਪੀ ਚਰਨਾਂ ਵਿੱਚ ਖੇਡਦੀ ਹੈ। ਉਣਮਣ ਮਣੂਆ ਸੁਨ ਸਮਾਨਾ। ਇਉਂ ਆ ਉਣਮਣ, ਇੱਕ ਮਨ ਅੰਦਰ ਹੈ, ਇੱਕ ਬਾਹਰ ਹੈ। ਦੋ ਪੀਸ ਹੋ ਗਏ ਇਹਦੇ, ਦੁਬਦਾ ਪੈ ਗਈ, ਛੋਟਾ ਵੱਡੇ ਦੀ, ਆਪਣੇ ਪਰਾਏ ਦੀ, ਚੰਗੇ ਮਾੜੇ ਦੀ। ਜਦੋਂ ਇਹ ਮਨ ਉਸ ਮਨ ਨਾਲ ਜਾ ਕੇ ਮਿਲ ਗਿਆ, ਉਣਮਣ ਮਣੂਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਜਦੋਂ ਇਹ ਮਨ ਇਕੱਠਾ ਹੋ ਗਿਆ, ਦੁਬਦਾ ਖਤਮ ਹੋ ਗਈ, ਦੁਰਮਤ ਮਾੜੀ ਮਤ ਖਤਮ ਹੋ ਗਈ।
ਕਹੇ ਕਬੀਰ ਅਨਭਉ ਇੱਕ ਦੇਖਿਆ। ਉੱਥੇ ਮੈਨੂੰ ਇੱਕ ਚੀਜ਼ ਪਰਮੇਸ਼ਰ ਨੇ ਦਿਖਾਈ, ਮੈਨੂੰ ਅਨੁਭਵ ਕਰਾਇਆ, ਜਿਸ ਨੂੰ 10ਵੇਂ ਪਾਤਸ਼ਾਹ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ ਜੇ ਰੂਪ ਰੰਗਿਆ ਰੇਖ ਭੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਗਾਹ ਅਨਭਉ ਪ੍ਰਕਾਸ਼। ਉੱਥੇ ਅਨੁਭਵ ਹੈ, ਜਿਹੜਾ ਅਨੁਭਵ ਹੈ ਨਾ ਉਹ ਅਨੁਭਵ ਹੀ ਕੀਤਾ ਜਾ ਸਕਦਾ, ਉਹ ਦੱਸਿਆ ਨਹੀਂ ਜਾ ਸਕਦਾ, ਉਹਦੇ ਵਾਸਤੇ ਕੋਈ ਅੱਖਰ ਨਹੀਂ ਹੈ। ਕਹੋ ਕਬੀਰ ਅਨਭਉ ਇੱਕ ਦੇਖਿਆ RAM ਨਾਮ ਲਿਵ ਲਾਗੀ। ਜਦੋਂ ਮੈਨੂੰ ਅਨੁਭਵ ਹੋਇਆ ਉਹ, ਤਾਂ ਮੇਰੀ ਸੁਰਤ ਆਟੋਮੈਟਿਕ ਹੀ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਈ। ਬ੍ਰਹਮ ਨੂੰ ਦੇਖ ਲਿਆ, ਅਦਵੈਤ ਸਰੂਪ ਨੂੰ ਦੇਖ ਲਿਆ, ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਵੀ ਨਿਰਲੇਪ ਹੈ। ਐਸਾ ਉਹ ਪਰਮੇਸ਼ਰ ਹੈ ਸਿੱਖੋ, ਉਸ ਦੇ ਨਾਮ ਦੇ ਰਸ ਨੂੰ ਏਦਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ। ਅੰਜਨ ਮਾਹੇ ਨਿਰੰਜਨ ਰਹੀ ਹੈ ਬਹੁੜ ਨ ਭਵਜਲ ਪਾਇਆ। ਫਿਰ ਕਦੇ ਵੀ ਸੰਸਾਰ ਸਮੁੰਦਰ ਵਿੱਚ ਡੱਬਣਾ ਜੰਮਣਾ ਮਰਨਾ ਨਹੀਂ ਪਵੇਗਾ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ, ਗੁਰਜੇ ਸਰਵਣ ਕੀਤੇ, ਪਾਤਸ਼ਾਹ ਖੁਸ਼ੇ ਬਖਸ਼ਣ। ਅਗਲੇ ਸ਼ਬਦ ਦੇ ਵਿਚਾਰ ਕੱਲ ਦੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।